ਇਹ ਘੜੀਆਂ ਹੋਰ ਵੀ ਕੀਮਤੀ ਹੋ ਜਾਂਦੀਆਂ ਨੇ, ਪਰ ਇਕੱਲਿਆਂ ਬਹਿਣ ਦੇ ਨਾਲ ਹੀ ਕੀਮਤੀ ਨਹੀਂ ਹੁੰਦੀਆਂ। ਜੋ ਗੁਰੂ ਜੀ ਕਹਿੰਦੇ ਨੇ ਉਹਨੂੰ ਸੁਣ ਕੇ, ਉਹਨੂੰ ਮੰਨ ਕੇ, ਹਿਰਦੇ 'ਚ ਵਸਾ ਕੇ ਹੀ ਆਪਣੇ ਜਨਮ ਨੂੰ, ਆਪਣੀ ਜ਼ਿੰਦਗੀ ਨੂੰ ਸਫਲ ਕੀਤਾ ਜਾ ਸਕਦਾ ਹੈ। ਸੋ ਆਓ ਗੁਰਬਾਣੀ ਦੀ ਵਿਚਾਰ ਨੂੰ ਆਰੰਭ ਕਰੀਏ। ਪ੍ਰਥਮ ਪਿਆਰ ਦੇ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਹੁਕਮਨਾਮਾ ਸਾਹਿਬ ਬਹੁਤ ਹੀ ਸੋਹਣਾ ਰਾਗ ਤਲੰਗ ਰਾਗ। ਉਸ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਉਹਨਾਂ ਦੀ ਰਸਨਾ ਤੋਂ ਗਾਇਨ ਕੀਤਾ ਹੈ, ਜੋ ਕਿ 723 ਅੰਗ ਤੋਂ ਆਰੰਭ ਹੋ ਕੇ 724 ਅੰਗ ਤੇ ਜਿਸ ਦੀ ਸਮਾਪਤੀ ਹੋ ਜਾਂਦੀ ਹੈ। ਗੁਰੂ ਸਾਹਿਬ ਜੀ ਇਸ ਸ਼ਬਦ ਦੇ ਅੰਦਰ ਪਰਮਾਤਮਾ ਦੇ ਅੱਗੇ, ਗੁਰੂ ਜੀ ਦੇ ਅੱਗੇ ਅਰਜ਼ੋਈ ਕਰਦੇ ਨੇ, ਬੇਨਤੀ ਕਰਦੇ ਨੇ, ਫਰਿਆਦ ਕਰਦੇ ਨੇ ਕਿ ਤੁਹਾਡੇ ਤੋਂ ਬਿਨਾਂ ਮੇਰਾ ਇਸ ਦੁਨੀਆ ਤੇ ਅਸਲ ਸਾਥੀ, ਅਸਲ ਮਿੱਤਰ ਕੋਈ ਨਹੀਂ। ਮੈਨੂੰ ਤੁਹਾਡਾ ਹੀ ਮਾਣ ਆ, ਤੁਹਾਡਾ ਹੀ ਤਾਣ ਆ, ਤੁਹਾਡਾ ਹੀ ਸਹਾਰਾ। ਸਾਰਿਆਂ ਦੇ ਉੱਪਰ ਤੁਹਾਡੀ ਨਿਗਾਹ ਰਹਿੰਦੀ ਆ। ਤੁਸੀਂ ਸਾਰੇ ਜੀਆਂ ਨੂੰ ਸੰਭਾਲਦੇ ਹੋ। ਜੋ ਵੀ ਤੁਹਾਨੂੰ ਯਾਦ ਕਰਦੇ ਨੇ ਉਹ ਵਿਗਾਸ ਦੇ ਵਿੱਚ ਰਹਿੰਦੇ ਨੇ। ਜਦੋਂ ਗੁਰੂ ਦਾ ਪ੍ਰਸਾਦ, ਗੁਰੂ ਦੀ ਕਿਰਪਾ ਹੋ ਜਾਂਦੀ ਆ ਤਾਂ ਹਰ ਜੀਅ ਦੇ ਵਿੱਚੋਂ ਤੁਹਾਡਾ ਹੀ ਰੂਪ ਨਜ਼ਰ ਆਉਂਦਾ ਹੈ। ਜਿਨ੍ਹਾਂ ਨੇ ਤੁਹਾਨੂੰ ਸਿਮਰਿਆ ਹੈ, ਯਾਦ ਕੀਤਾ ਹੈ, ਉਹਨਾਂ ਨੂੰ ਗੁਣ ਮਿਲੇ ਨੇ, ਖਜ਼ਾਨੇ ਮਿਲੇ ਨੇ। ਮੈਨੂੰ ਸਾਧੂ ਜਨਾਂ ਦੇ ਚਰਨਾਂ ਦੀ ਧੂੜੀ ਬਖਸ਼ ਦਿਓ। ਇਹੀ ਮੈਂ ਤੁਹਾਡੇ ਦਰ ਤੋਂ ਫਰਿਆਦ ਮੰਗਦਾ ਹਾਂ। ਗੁਰਸਿੱਖਾਂ ਦੀ ਧੂੜੀ ਮੈਨੂੰ ਦੇ ਦਿਓ। ਇਹੀ ਮੈਂ ਤੁਹਾਡੇ ਅੱਗੇ ਅਰਜ਼ੋਈ ਕਰਦਾ ਹਾਂ। ਗੁਰੂ ਅਰਜਨ ਦੇਵ ਜੀ ਇਸ ਸ਼ਬਦ ਅੰਦਰ ਇਹ ਕਹਿ ਰਹੇ ਨੇ, ਤਲੰਗ ਘਰ ਦੂਜਾ ਮਹੱਲਾ ਪੰਜਵਾ। ਤਲੰਗ ਇੱਕ ਰਾਗ ਦਾ ਨਾਮ ਹੈ। ਦੂਜੇ ਘਰ ਦੇ ਵਿੱਚ ਗਾਉਣ ਲਈ ਗੁਰੂ ਅਰਜਨ ਦੇਵ ਜੀ ਨੇ ਆਖਿਆ ਹੈ। ਮਹੱਲਾ ਪੰਜਵਾਂ ਤੋਂ ਭਾਵ ਹੈ ਪੰਜਵੇਂ ਪਾਤਸ਼ਾਹ ਜੀ ਦੀ ਇਹ ਬਾਣੀ ਹੈ, ਇਹ ਹੁਕਮ ਹੈ। ਤੁਧ ਬਿਨ ਦੂਜਾ ਨਾਹੀਂ ਕੋਏ, ਤੂੰ ਕਰਤਾਰ ਕਰੇ ਸੋ ਹੋਏ। ਹੇ ਵਾਹਿਗੁਰੂ ਜੀ, ਤੇਰੇ ਬਿਨਾ ਸਾਡਾ ਇਸ ਦੁਨੀਆ ਤੇ ਕੌਣ ਆ। ਗਰੀਬਾਂ ਅਨਾਥਾਂ ਤੇਰਾ ਮਾਣਾ। ਗਰੀਬਾਂ ਦੇ ਸਹਾਰੇ ਤੁਸੀਂ ਹੋ, ਅਨਾਥਾਂ ਦੇ ਸਹਾਰੇ ਤੁਸੀਂ ਹੋ। ਤੁਹਾਡੇ ਤੋਂ ਬਿਨਾਂ ਦੂਜਾ ਕੋਈ ਨਹੀਂ। ਤੂੰ ਕਰਤਾਰ ਕਰੇ ਸੋ ਹੋਏ। ਹੇ ਸਤ ਕਰਤਾਰ ਜੀ, ਹੇ ਵਾਹਿਗੁਰੂ ਜੀ, ਜੋ ਵੀ ਤੁਸੀਂ ਕਰੋਗੇ ਜਾਂ ਕਰਦੇ ਹੋ ਉਹੀ ਹੁੰਦਾ ਹੈ, ਉਹੀ ਹੁੰਦਾ ਸੀ, ਉਹੀ ਹੁੰਦਾ ਹੈ, ਉਹੀ ਹੁੰਦਾ ਰਹੇਗਾ। ਤੁਹਾਡੇ ਤੋਂ ਬਿਨਾਂ ਕੌਣ ਹੈ ਜੋ ਇਸ ਧਰਤੀ ਨੂੰ ਸਾਜੇ, ਇੰਨੇ ਪਸਾਰੇ ਨੂੰ ਪਸਾਰ ਦਵੇ। ਤੁਹਾਡੇ ਤੋਂ ਬਿਨਾਂ ਕੌਣ ਹੈ ਵਾਹਿਗੁਰੂ। ਤੇਰਾ ਜੋਰ ਤੇਰੀ ਮੰਟੇ, ਤੇ ਅਸਾਂ ਨੂੰ ਤੁਹਾਡਾ ਹੀ ਤਾਣ ਆ, ਤੇ ਮਨ ਦੇ ਵਿੱਚ ਤੁਹਾਡੀ ਹੀ ਟੇਕ ਆ। ਸਦਾ ਸਦਾ ਜਪ ਨਾਨਕ ਏਕ। ਅਸੀਂ ਸਦਾ ਹੀ ਹਰ ਵਕਤ ਹੀ, ਦਿਨ ਹੋਵੇ ਰਾਤ ਹੋਵੇ, ਸਵੇਰ ਹੋਵੇ ਦੁਪਹਿਰ ਹੋਵੇ ਸ਼ਾਮ ਹੋਵੇ, ਸਦਾ ਹੀ, ਬਸੰਤ ਹੋਵੇ ਪਤਝੜ ਹੋਵੇ, ਬਹਾਰ ਹੋਵੇ ਗਰਮੀ ਹੋਏ ਸਰਦੀ ਹੋਏ, ਸਦਾ ਹੀ ਤੁਹਾਨੂੰ ਯਾਦ ਕਰਦੇ ਹਾਂ ਮਾਲਕ ਜੀ।
ਸਦਾ ਸਦਾ ਜਪ ਨਾਨਕ ਏਕ। ਹਰ ਸਾਹ ਦੇ ਨਾਲ ਤੁਹਾਨੂੰ ਯਾਦ ਕਰਦੇ ਹਾਂ, ਕਿਉਂਕਿ ਤੁਹਾਡੇ ਤੋਂ ਬਿਨਾ ਕੋਈ ਨਹੀਂ ਜੋ ਗਰੀਬਾਂ ਦਾ ਸਹਾਰਾ ਹੋਵੇ। ਗੁਰੂ ਨਾਨਕ ਜੀ, ਅਸੀਂ ਤੁਹਾਨੂੰ ਯਾਦ ਕਰਦੇ ਹਾਂ। ਤੁਸੀਂ ਗਰੀਬਾਂ ਅਨਾਥਾਂ ਦੇ ਸਹਾਰੇ ਬਣਦੇ ਹੋ। ਸਭ ਉੱਪਰ ਪਾਰ ਬ੍ਰਹਮ ਦਾ ਤਾਰ, ਤੇਰੀ ਟੇਕ ਤੇਰਾ ਆਧਾਰ। ਤੁਸੀਂ ਸਭ ਤੋਂ ਉੱਚੇ ਹੋ ਗੁਰੂ ਜੀ, ਵਾਹਿਗੁਰੂ ਜੀ, ਸਭ ਤੋਂ ਉੱਚੇ ਹੋ। ਦੁਨੀਆ ਤੁਹਾਡੇ ਅੰਡਰ ਹੈ, ਤੁਹਾਡੀ ਅਧੀਨਗੀ ਦੇ ਵਿੱਚ ਆ। ਜਿੱਦਾਂ ਜੱਜ ਸਾਹਿਬਾਨ ਹੁੰਦਾ, ਫੈਸਲਾ ਸੁਣਾਉਣ ਵਾਲਾ, ਉੱਚੀ ਜਗ੍ਹਾ ਬੈਠ ਕੇ ਫੈਸਲਾ ਸੁਣਾਉਂਦਾ ਹੈ ਨਾ ਅਦਾਲਤ ਦੇ ਵਿੱਚ। ਬਾਕੀ ਵਕੀਲ, ਮੁਜਰਮ, ਸੁਣਨ ਵਾਲੇ ਸਰੋਤੇ ਨੀਵੀਂ ਜਗ੍ਹਾ ਤੇ ਬਹਿੰਦੇ ਨੇ। ਇੱਦਾਂ ਉਹ ਜਿਹੜਾ ਜੱਜਾਂ ਦਾ ਵੀ ਜੱਜ ਹੈ, ਮਾਲਕ, ਸਭ ਉੱਪਰ ਪਾਰ ਬ੍ਰਹਮ ਦਾ ਤਾਰ। ਉਹ ਸਾਰਿਆਂ ਤੇ ਉਹਦਾ ਹੁਕਮ ਚੱਲਦਾ ਹੈ, ਸਾਰਿਆਂ ਤੇ ਜਿਸ ਦਾ ਆਰਡਰ ਚੱਲਦਾ ਹੈ। ਤੇਰੀ ਟੇਕ ਤੇਰਾ ਆਧਾਰ। ਮੈਨੂੰ ਹੈ ਵਾਹਿਗੁਰੂ ਤੁਹਾਡੀ ਹੀ ਟੇਕ ਆ, ਤੁਹਾਡਾ ਹੀ ਸਹਾਰਾ ਹੈ। ਹੋਰ ਮੈਂ ਕਿਸੇ ਦਾ ਆਸਰਾ ਨਹੀਂ ਤੱਕਿਆ। ਸਦਾ ਸਦਾ ਜਪ ਨਾਨਕ ਏਕ। ਗੁਰੂ ਅਰਜਨ ਦੇਵ ਜੀ ਅਸਲ ਦੇ ਵਿੱਚ ਸਾਨੂੰ ਇੱਕ ਦੇ ਨਾਲ ਜੋੜਨ ਦਾ ਯਤਨ ਕਰ ਰਹੇ ਨੇ ਕਿ ਇਹ ਇਨਸਾਨ ਦੇਖ ਵਾਹਿਗੁਰੂ ਦੇ ਰੰਗ, ਕਿਵੇਂ ਉਸਨੇ ਸਾਰੀ ਧਰਤੀ ਨੂੰ ਸਾਜ ਕੇ ਟਿਕਾਇਆ ਵੀ ਆ, ਸੰਭਾਲਿਆ ਵੀ। ਕਿਵੇਂ ਸੂਰਜ, ਚੰਦਰਮਾ, ਤਾਰੇ ਆਦਿ ਉਹਦੇ ਹੁਕਮ ਦੇ ਵਿੱਚ ਚੱਲਦੇ ਨੇ। ਨਦੀਆਂ ਉਹਦੇ ਹੁਕਮ ਦੇ ਅਨੁਸਾਰ ਵਹਿੰਦੀਆਂ ਨੇ। ਤੂੰ ਵੀ ਉਹਨੂੰ ਸਦਾ ਸਦਾ ਜਪ ਨਾਨਕ ਏਕ। ਉਹੀ ਇੱਕ ਆ ਜਿਹੜਾ ਤੈਨੂੰ ਬਣਾਉਂਦਾ ਹੈ, ਦੁਨੀਆ ਨੂੰ ਬਣਾਉਂਦਾ ਹੈ, ਜਿਹਨੇ ਤੈਨੂੰ ਵੀ ਸਾਜਿਆ, ਤੈਨੂੰ ਪਾਲ ਰਿਹਾ। ਉਹੀ ਆ ਜਿਹਨੇ ਤੈਨੂੰ ਮਿਟਾਉਣਾ ਹੈ, ਉਹੀ ਆ ਜਿਹਨੇ ਤੈਨੂੰ ਢਾਉਣਾ ਹੈ। ਇੱਕੋ ਯਾਰੀ ਸੱਚੇ ਰੱਬ ਵਾਲੀ, ਬਾਕੀ ਯਾਰੀਆਂ ਸਭ ਖੁਆਰੀਆਂ ਨੇ। ਜਿਨ੍ਹਾਂ ਰੱਬ ਦੀਆਂ ਯਾਰੀਆਂ ਛੱਡ ਦਿੱਤੀਆਂ, ਉਹਨਾਂ ਜਿੱਤੀਆਂ ਬਾਜ਼ੀਆਂ ਵੀ ਹਾਰੀਆਂ ਨੇ। ਇਸ ਕਰਕੇ ਜੋ ਕੁਛ ਲਿਖਿਆ ਵਿੱਚ ਨਸੀਬ ਸਾਡੇ, ਬਿਨ ਕਰਮਾ ਕਿਛ ਪਾਈਐ ਨਾਹੀ, ਜੇ ਬਹੁ ਤੇਰਾ ਧਾਵੈ। ਜੋ ਕੁਝ ਲਿਖਿਆ ਵਿੱਚ ਨਸੀਬ ਸਾਡੇ, ਉਹੀ ਤੂੰ ਲੈਣਾ, ਉਹੀ ਮੈਂ ਲੈਣਾ। ਤੇਰੀਆਂ ਮੇਰੀਆਂ ਆਕੜਾਂ ਕਿਸ ਕਾਰੇ, ਤੂੰ ਵੀ ਟਹਿ ਪੈਣਾ, ਮੈਂ ਵੀ ਟਹਿ ਪੈਣਾ। ਸੱਦਾ ਆਇਆ ਤੇ ਬੁੱਕਣਾ ਮਾਰ ਟੁਰਨਾ, ਨਾ ਕੁਝ ਤੂੰ ਲੈਣਾ ਨਾ ਮੈਂ ਲੈਣਾ। ਜੋ ਗੁਜ਼ਰੇਗੀ ਸੋ ਜਾਣ ਆਪਣੀ, ਤੇ ਉਹੀ ਤੂੰ ਸਹਿਣਾ, ਉਹੀ ਮੈਂ ਸਹਿਣਾ। ਇਸ ਕਰਕੇ ਸਾਰਿਆਂ ਉੱਪਰ ਤੁਹਾਡਾ ਹੁਕਮ ਚੱਲਦਾ ਹੈ ਵਾਹਿਗੁਰੂ, ਸਭ ਉੱਪਰ ਪਾਰ ਬ੍ਰਹਮ ਦਾ ਤਾਰ। ਤੁਸੀਂ ਐਸੇ ਜੱਜ ਹੋ ਕਿ ਤੁਹਾਡੀ ਬਣਾਈ ਹੋਈ ਅਦਾਲਤ ਦੇ ਵਿੱਚ, ਤੁਹਾਡੀ ਬਣਾਈ ਹੋਈ ਕਚਹਿਰੀ ਦੇ ਵਿੱਚ, ਤੁਹਾਡੇ ਜਿਹੜੇ ਲਾਅ ਨੇ, ਕਾਨੂੰਨ ਨੇ, ਮੌਤ ਦੀ ਕਚਹਿਰੀ ਵਿੱਚੋਂ ਕੋਈ ਬਰੀ ਨਹੀਂ ਹੋ ਸਕਦਾ। ਸਾਰਿਆਂ ਨੇ ਹੀ ਇੱਕ ਦਿਨ ਇਸੇ ਰਸਤੇ ਜਾਣਾ ਹੈ। ਅਸਾਂ ਭੇ ਉੱਥੇ ਜਾਣਾ, ਜਿੱਥੇ ਸਾਡੇ ਦਾਦੇ ਪੜਦਾਦੇ, ਉਹਨਾਂ ਦੇ ਦਾਦੇ ਪੜਦਾਦੇ ਗਏ ਨਾ। ਅਸਾਂ ਭੇ ਉੱਥੇ ਜਾਣਾ, ਅਸੀਂ ਵੀ ਇੱਕ ਦਿਨ ਉਸੇ ਰਸਤੇ ਜਾਣਾ ਹੈ। ਪਰ ਜਾਣ ਤੋਂ ਪਹਿਲਾਂ ਆਪਣੀ ਜ਼ਿੰਦਗੀ ਨੂੰ ਸੋਹਣੇ ਤਰੀਕੇ ਨਾਲ ਜਿਉਂ ਕੇ ਜਾਣਾ। ਇਹ ਗੁਰੂ ਜੀ ਕਹਿ ਰਹੇ ਨੇ, ਸਦਾ ਸਦਾ ਜਪ ਨਾਨਕ ਏਕ। ਜਦੋਂ ਆਪਾਂ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਜੁੜਦੇ ਹਾਂ, ਉਦੋਂ ਸਾਨੂੰ ਜੀਵਨ ਮਿਲਦਾ। ਜਦੋਂ ਅਸੀਂ ਗੁਰਸਿੱਖਾਂ ਦੀ ਗੱਲ ਨੂੰ ਕਹਿੰਦੇ ਹਾਂ, ਸੁਣਦੇ ਹਾਂ, ਮੰਨਦੇ ਹਾਂ, ਉਦੋਂ ਸਾਨੂੰ ਗੁਰੂ ਜੀ ਦਾ ਵਸਲ ਮਿਲਦਾ। ਜਦੋਂ ਅਸੀਂ ਗੁਰੂ ਜੀ ਨੂੰ ਮਿਲਦੇ ਹਾਂ, ਉਦੋਂ ਸਾਨੂੰ ਪਰਮਾਤਮਾ ਮਿਲਦਾ, ਰੱਬ ਮਿਲਦਾ, ਵਾਹਿਗੁਰੂ ਜੀ ਮਿਲਦੇ। ਇਸ ਕਰਕੇ ਸਦਾ ਹੀ ਸੰਗਤ ਵਾਲਾ ਚਾਉ ਬੰਦੇ ਅੰਦਰ ਹੋਣਾ ਚਾਹੀਦਾ।
ਜੇ ਨਹੀਂ ਤਾਂ ਉਹਨੂੰ ਪੈਦਾ ਕਰਨਾ ਚਾਹੀਦਾ ਹੈ ਅੰਦਰ ਸੰਗਤ ਵਾਲਾ ਚਾਓ, ਕਿਉਂਕਿ ਇਆਨੜੀਏ ਮਾਨੜਾ ਕਾਇ ਕਰੇ। ਇਆਨੜੀਏ ਹੇ ਭੁੱਲੀ ਜਿੰਦੀ, ਹੇ ਭੁੱਲੜਹਾਰ ਜੀਵ, ਭੁੱਲੀ ਜਿਹੜੀ ਹੋਈ ਜਿੰਦ ਆ, ਤੂੰ ਕਾਹਦਾ ਮਾਣ ਕਰਦੀ ਹੈ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਇਆਨੜੀਏ। ਇਆਨੜੀਏ ਦਾ ਮਤਲਬ ਨੇ ਅਜਾਣ, ਅਜਾਣ ਜਿੰਦ। ਹੇ ਜਿੰਦੇ ਤੂੰ ਅਜਾਣ ਆ, ਮਾਨੜਾ ਕਾਹੇ ਕਰੇ। ਕਾਹਦਾ ਮਾਣ ਤੈਨੂੰ ਹੈ, ਕਾਹਦਾ ਤੂੰ ਮਾਣ ਕਰਦੀ ਹੈ। ਆਪ ਨੜੈ ਕਰ ਹਰ ਰੰਗੋ ਕੀ ਨਾ ਮਾਣੇ। ਤੇਰੇ ਘਰ ਦੇ ਵਿੱਚ ਸਭ ਕੁਝ ਆ, ਤੇਰੇ ਮਨ ਦੇ ਵਿੱਚ ਸਭ ਕੁਝ ਆ, ਤੇਰੀ ਮੱਤ ਦੇ ਵਿੱਚ ਸਭ ਕੁਝ ਆ। ਸੋਹ ਨੇੜੇ ਤਨ ਕਮਲੀਏ, ਤੇਰਾ ਵਾਹਿਗੁਰੂ ਤੇਰੇ ਕੋਲ ਹੀ ਆ, ਦੂਰ ਨਹੀਂ। ਬਾਹਰ ਕਿਆ ਟੁੰਡੇ, ਬਾਹਰ ਤੂੰ ਕੀ ਲੱਭਦੀ ਆ। ਤੂੰ ਜਿੰਦੇ ਬਾਹਰ ਕੀ ਲੱਭ ਰਹੀ ਆ। ਸ਼ਾਂਤੀ, ਸਕੂਨ, ਇਹ ਸਭ ਤੇਰੇ ਅੰਦਰ ਹੀ ਪਿਆ। ਸੋ ਨੇੜੇ ਧਨ ਕਮਲੀਏ, ਬਾਹਰ ਕਿਆ ਟੁੰਡੇ। ਇਸ ਕਰਕੇ ਗੁਰੂ ਸਾਹਿਬ ਜੀ ਇੱਥੇ ਕਹਿ ਰਹੇ ਨੇ ਉਹ ਸਾਰਿਆਂ ਦੇ ਉੱਪਰ ਹੈ, ਉਹ ਬਾਦਸ਼ਾਹਾਂ ਦਾ ਬਾਦਸ਼ਾਹ ਹੈ, ਉਹ ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਹੈ, ਉਹ ਰਾਜਿਆਂ ਕਾ ਰਾਜਾ ਹੈ, ਰਾਜਨ ਕੇ ਰਾਜਾ, ਮਹਾਰਾਜਨ ਕੇ ਮਹਾਰਾਜਾ ਜੀ ਨੇ। ਤੇ ਸਭ ਦੇ ਉੱਪਰ ਉਹਨਾਂ ਦਾ ਹੁਕਮ ਚੱਲਦਾ ਹੈ। ਸਭ ਉੱਪਰ ਪਾਰ ਬ੍ਰਹਮ ਦਾ ਤਾਰ, ਤੇਰੀ ਟੇਕ ਤੇਰਾ ਆਧਾਰ। ਦੁਨੀਆ ਵਾਲੇ ਜਿਹੜੇ ਜੱਜ ਨੇ, ਦੁਨਿਆਵੀ ਜੇ ਦੇਖਿਆ ਜਾਏ, ਉਹਨਾਂ ਨੂੰ ਰਿਸ਼ਵਤ ਦੇ ਕੇ, ਪੈਸੇ ਦੇ ਕੇ ਤੇ ਫੈਸਲਾ ਆਪਣੇ ਹੱਕ 'ਚ ਲੋਕ ਕਰ ਲੈਂਦੇ ਨੇ। ਕਈ ਵਾਰ ਉਹਨਾਂ ਤੋਂ ਫੈਸਲੇ ਗਲਤ ਹੋ ਜਾਂਦੇ ਨੇ। ਪਰਮਾਤਮਾ ਇੱਕ ਐਸਾ ਜੱਜ ਹੈ ਜਿਹਦਾ ਫੈਸਲਾ ਅਟੱਲ ਹੈ, ਨਾ ਤਾਂ ਕਿਸੇ ਦਾ ਰਿਸ਼ਵਤ ਖੋਰੀ ਦੇ ਵਾਂਗ ਲੈ ਕੇ ਪੈਸੇ ਫੈਸਲਾ ਬਦਲੇਗਾ। ਜੋ ਉਹਨੇ ਮਰਿਆਦਾ ਬਣਾਈ ਆ ਉਹੀ ਰਹਿਣੀ ਆ। ਤੇਰੀ ਟੇਕ ਤੇਰਾ ਆਧਾਰ, ਤੂੰ ਕਰਤਾਰ ਕਰਹਿ ਸੋ ਹੋਏ। ਤੂੰ ਕਰਤਾਰ ਹੈ ਵਾਹਿਗੁਰੂ, ਜੋ ਤੂੰ ਕਰੇਗਾ ਉਹ ਹੋ ਕੇ ਰਹੇਗਾ। ਜੋ ਤੂੰ ਕਰਨਾ ਹੈ ਉਹ ਤੂੰ ਸਲਾਹ ਨਹੀਂ ਕਰਨੀ ਕਿਸੇ ਨਾਲ। ਬੀਓ ਪੂਛ ਨਾ ਮਸਲਤ ਧਰੈ, ਜੋ ਕਿਛ ਕਰੇ ਸੋ ਆਪੇ ਕਰੇ। ਤੂੰ ਕਿਸੇ ਦੇ ਨਾਲ ਸਲਾਹ ਨਹੀਂ ਕਰਨੀ, ਭਾਵ ਕੀ ਜੋ ਕਿਛ ਕਰਨਾ ਆਪਣੀ ਮਰਜ਼ੀ ਦੇ ਨਾਲ ਕਰਨਾ। ਜੋ ਕਰਦਾ ਸਹੀ ਕਰਦਾ। ਹੈ ਤੂੰ ਹੋਵਨਹਾਰ, ਤੂੰ ਹੁਣ ਵੀ ਹੈ, ਤੂੰ ਅੱਗੇ ਵੀ ਹੋਵੇਂਗਾ। ਤੂੰ ਕਣ ਕਣ ਵਿੱਚ ਹੈ, ਤੂੰ ਸਦਾ ਹੈ, ਤੂੰ ਸੱਚ ਵੀ ਹੈ। ਅਗਮ ਅਗਾਧ ਊਚ ਅਪਾਰ, ਤੂੰ ਬਹੁਤ ਅਗਮ ਹੈ, ਅਪਹੁੰਚ ਹੈ, ਬੇਅੰਤ ਹੈ, ਪਹੁੰਚ ਤੋਂ ਪਰੇ ਹੈ। ਜਿਹੜੀ ਚੀਜ਼ ਮੇਰੀ ਪਕੜ 'ਚ ਆ ਜੇ ਉਹ ਸਾਥੋਂ ਛੋਟੀ ਹੋ ਜਾਂਦੀ ਹੈ, ਉਹ ਸਾਡੇ ਵੱਸ 'ਚ ਆ ਜਾਂਦੀ ਹੈ। ਵਾਹਿਗੁਰੂ ਤੂੰ ਬਹੁਤ ਉੱਚਾ ਹੈ, ਅਪਾਰ ਹੈ, ਬੇਅੰਤ ਹੈ। ਜੋ ਤੁਧ ਸੇਵੇ ਤਿਨ ਭਉ ਦੁਖ ਨਾਹੀਂ। ਜਿਹੜੇ ਤੈਨੂੰ ਯਾਦ ਕਰਦੇ ਨੇ, ਜਿਹੜੇ ਤੈਨੂੰ ਚੇਤੇ ਕਰਦੇ ਨੇ ਨਾ, ਉਹਨਾਂ ਨੂੰ ਕਦੇ ਵੀ ਉਹਨਾਂ ਦੀਆਂ ਮੁਸ਼ਕਲਾਂ, ਵੱਡੇ ਵੱਡੇ ਸੰਕਟ ਦੂਰ ਹੋ ਜਾਂਦੇ ਨੇ। ਉਹਨਾਂ ਨੂੰ ਫਿਰ ਦੁੱਖ ਨਹੀਂ ਲੱਗਦਾ। ਦੁੱਖ ਨਹੀਂ ਲੱਗਦਾ। ਗੁਰ ਪ੍ਰਸਾਦ ਨਾਨਕ ਗੁਣ ਗਾਹੇ। ਜਿਨ੍ਹਾਂ ਨੇ ਵੀ ਪ੍ਰਸਾਦ ਦੇ ਦੁਆਰਾ, ਮਿਹਰ ਦੇ ਦੁਆਰਾ ਤੇਰੇ ਗੁਣਾਂ ਨੂੰ ਯਾਦ ਕੀਤਾ ਹੈ, ਉਹਨਾਂ ਨੂੰ ਕਦੇ ਵੀ ਵਾਹਿਗੁਰੂ ਜੀ ਦੁੱਖ ਨਹੀਂ ਲੱਗਦਾ। ਜੋ ਦਿਸੈ ਸੋ ਤੇਰਾ ਰੂਪ, ਗੁਣ ਨਿਧਾਨ ਗੋਬਿੰਦ ਅਨੂਪ। ਜੋ ਵੀ ਦੇਖਦੇ ਨੇ ਉਹ ਬਸ ਤੇਰਾ ਹੀ ਰੂਪ ਲੱਗਦਾ ਹੈ, ਤੇਰਾ ਹੀ ਰੂਪ ਆ। ਜਿਵੇਂ ਭਗਤ ਨਾਮਦੇਵ ਜੀ ਦੀ ਇੱਕ ਜੀਵਨ ਦੀ ਗਾਥਾ ਹੁੰਦੀ ਆ, ਇੱਥੇ ਆ ਨਾ ਪੰਕਤੀ, ਜੋ ਦਿਸੈ ਸੋ ਤੇਰਾ ਰੂਪ। ਜੋ ਵੀ ਮੈਂ ਦੇਖ ਰਿਹਾ ਨਾ ਉਹ ਤੇਰਾ ਹੀ ਰੂਪ ਆ। ਸਭ ਤੂੰ ਹੈ, ਸਭ ਤੂੰ ਹੈ ਮੇਰੇ ਪਿਆਰੇ। ਭਗਤ ਨਾਮਦੇਵ ਜੀ ਦੇ ਜੀਵਨ ਦੀ ਇੱਕ ਘਟਨਾ, ਮਹਾਰਾਸ਼ਟਰ ਦੇ ਪਾਸ
ਨਰਸੀ ਬਾਹਮਣੀ ਪਿੰਡ ਹੈ, ਉੱਥੇ ਉਹਨਾਂ ਦਾ ਪ੍ਰਕਾਸ਼ ਹੁੰਦਾ। ਗੱਲ ਆਪਾਂ ਕਰ ਰਹੇ ਹਾਂ ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਚਾਰੇ ਪਾਸੇ ਪਰਮਾਤਮਾ ਹੀ ਪਰਮਾਤਮਾ ਹੈ, ਦੁਨੀਆ ਹੈ ਹੀ ਨਹੀਂ। ਭਗਤ ਨਾਮਦੇਵ ਜੀ ਦੇ ਬਚਨ। ਹੁਣ ਮੈਨੂੰ ਦੁਨੀਆ ਦੇ ਲੋਕ ਨਹੀਂ, ਗੋਬਿੰਦ ਹੀ ਨਜ਼ਰ ਆਉਂਦੇ ਨੇ। ਸਾਰਿਆਂ ਵਿੱਚ ਮੈਨੂੰ ਉਹ ਅਕਾਲ ਪੁਰਖ ਦੇ ਦਰਸ਼ਨ ਹੁੰਦੇ ਨੇ। ਏਕ ਹੀ ਆ ਜਿਹੜਾ ਅਨੇਕ ਰੂਪ ਹੋ ਕੇ ਵਿਆਪ ਰਿਹਾ ਹੈ। ਏਕ ਅਨੇਕ ਵਿਆਪਕ ਪੂਰਕ ਜਤ ਦੇਖੋ ਤਤ ਸੋਈ। ਤਾਂ ਉਹਨਾਂ ਦੇ ਜੀਵਨ ਦੀ ਬੜੀ ਸੁੰਦਰ ਘਟਨਾ ਮੈਂ ਪੜ੍ਹ ਰਿਹਾ ਸੀ। ਭਗਤ ਨਾਮਦੇਵ ਜੀ ਇੱਕ ਦਿਨ ਘਰ ਦੇ ਵਿੱਚ ਪ੍ਰਸ਼ਾਦਾ ਛਕਣ ਲੱਗੇ ਨੇ, ਹਜੇ ਉਹਨਾਂ ਤਿਆਰੀ ਕੀਤੀ ਆ। ਘਰ ਦੇ ਵਿੱਚ ਇੱਕ ਕੂਕਰ ਆਉਂਦਾ ਹੈ, ਕੁੱਤਾ ਆਉਂਦਾ, ਭਾਵ ਕਿ ਉਹਨਾਂ ਦੇ ਜਿਹਨੂੰ ਆਪਾਂ ਕਹਿੰਦੇ ਹਾਂ ਦਰਵੇਸ਼ ਹੈ, ਵਫਾਦਾਰ ਆ ਉਹ ਇਨਸਾਨਾਂ ਦੇ ਨਾਲ, ਦਰਵੇਸ਼ ਆ। ਭਗਤ ਜੀ ਨੇ ਹਜੇ ਥਾਲੀ ਦੇ ਵਿੱਚ ਰੋਟੀ ਪਾਈ ਹੋਈ ਆ, ਖਾਣ ਲੱਗੇ ਨੇ ਭਗਤ ਨਾਮਦੇਵ ਜੀ। ਇਹ ਜਿਹੜਾ ਕੁੱਤਾ ਸੀ ਨਾ, ਤੇ ਥਾਲੀ ਦੇ ਵਿੱਚੋਂ ਰੋਟੀ ਚੁੱਕ ਕੇ ਲੈ ਗਿਆ। ਰੋਟੀ ਚੁੱਕ ਕੇ ਬਾਹਰ ਵੱਲ ਨੂੰ ਜਾਂਦਾ ਹੈ ਵੀ ਮੈਨੂੰ ਮਾਰੇ ਨਾ ਇਹ ਮਾਲਕ, ਜਿਵੇਂ ਕੁੱਤਿਆਂ ਦਾ ਸੁਭਾਅ, ਕੁੱਕਰ ਦਾ ਸੁਭਾਅ ਹੁੰਦਾ। ਭਗਤ ਜੀ ਪਿੱਛੇ ਘਿਓ ਲੈ ਕੇ ਜਾਂਦੇ ਨੇ, ਕਹਿੰਦੇ ਨੇ ਹੇ ਦਰਵੇਸ਼ ਜੀ ਇਹ ਰੁੱਖੀ ਰੋਟੀ ਆ, ਪਹਿਲਾਂ ਨੂੰ ਚੋਪੜ ਲਓ ਤੇ ਫਿਰ ਖਾਣਾ। ਭਾਵ ਕੀ ਆਖਦੇ ਨੇ ਕਿ ਉਹਨਾਂ ਦੇ ਵਿੱਚ ਹੀ ਮੈਨੂੰ ਵਾਹਿਗੁਰੂ ਦੇ ਦਰਸ਼ਨ ਹੋਏ। ਭਗਤ ਨਾਮਦੇਵ ਜੀ ਨੂੰ ਬਹੁਤ ਵਾਰ ਵਾਹਿਗੁਰੂ ਜੀ ਨੇ ਦਰਸ਼ਨ ਦਿੱਤੇ, ਪ੍ਰਤੱਖ ਰੂਪ ਦੇ ਵਿੱਚ ਹੋ ਕੇ, ਬਹੁਤ ਵਾਰ। ਇਤਨੀ ਵਾਰ ਉਹਨਾਂ ਨੂੰ ਦਰਸ਼ਨ ਹੋਏ, ਉਹਨਾਂ ਨੂੰ ਕਹਿਣਾ ਪੈ ਗਿਆ ਦੁਨੀਆ ਹੈ ਹੀ ਨਹੀਂ, ਚਾਰੇ ਪਾਸੇ ਗੋਬਿੰਦ ਹੀ ਗੋਬਿੰਦ ਆ, ਗੋਬਿੰਦ ਹੀ ਗੋਬਿੰਦ ਆ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਕੁੱਤੇ ਨੂੰ ਕਹਿ ਰਹੇ ਨੇ ਬੀਠਲ ਜੀ, ਪਰਮੇਸ਼ਰ ਜੀ, ਕਿਉਂਕਿ ਉਹਨਾਂ ਨੂੰ ਕੁੱਤੇ ਦੇ ਵਿੱਚੋਂ ਹੀ ਪਰਮਾਤਮਾ ਨਜ਼ਰ ਆਇਆ। ਕਹਿੰਦੇ ਇਹ ਰੁੱਖੀ ਰੋਟੀ ਕਿਵੇਂ ਖਾਵੋਗੇ, ਲਿਆਓ ਮੈਂ ਪਹਿਲਾਂ ਚੋਪੜ ਦੇਵਾਂ, ਫਿਰ ਪੋਲੀ ਹੋ ਜਾਏਗੀ, ਖਾਣੀ ਸੌਖੀ ਹੋ ਜਾਏਗੀ, ਆਨੰਦ ਨਾਲ ਖਾਓ ਜੀ। ਜੋ ਦਿਸੈ ਸੋ ਤੇਰਾ ਰੂਪ, ਇਹ ਵਾਲੀ ਅਵਸਥਾ ਜਿਹਦੇ ਹੁਕਮਨਾਮੇ ਵਿੱਚ ਆ, ਜੋ ਦਿਸੈ, ਜੋ ਮੈਨੂੰ ਦਿਖਦਾ ਤੇਰਾ ਹੀ ਰੂਪ ਆ, ਤੇਰਾ ਹੀ ਰੂਪ ਹੈ। ਤਾਂ ਇਹ ਅਵਸਥਾ ਕਦੋਂ ਬਣਦੀ ਆ? ਹਜੇ ਸਾਨੂੰ ਪਤਨੀ ਵਿੱਚ ਪਤਨੀ ਨਜ਼ਰ ਆਉਂਦੀ ਆ, ਹਜੇ ਸਾਨੂੰ ਭਰਾ 'ਚ ਭਰਾ, ਦੋਸਤ ਵਿੱਚ ਦੋਸਤ ਹੀ ਨਜ਼ਰ ਆਉਂਦਾ। ਜਿਸ ਦਿਨ ਪਤੀ ਨੂੰ ਪਤਨੀ ਵਿੱਚ ਰੱਬ, ਪਤਨੀ ਨੂੰ ਪਤੀ 'ਚ ਰੱਬ, ਦੋਸਤ ਨੂੰ ਦੋਸਤ 'ਚ ਰੱਬ, ਭਰਾ ਨੂੰ ਭਰਾ ਵਿੱਚ ਵਾਹਿਗੁਰੂ ਨਜ਼ਰ ਆਵੇਗਾ, ਉਹ ਵਾਲੀ ਅਵਸਥਾ ਨੂੰ ਪਰਮੇਸ਼ਰ ਦਾ ਵਸਲ ਕਹਿੰਦੇ ਨੇ, ਪਰਮਾਤਮਾ ਦਾ ਮਿਲਾਪ ਕਹਿੰਦੇ ਨੇ। ਉਦੋਂ ਪਹਿਲਾਂ ਚਾਹੇ ਬੰਦਾ ਘਰ ਦੇ ਵਿੱਚ ਕਲੇਸ਼ ਵੀ ਕਰੇ, ਬੜਾ ਕੁਝ ਕਰੇ, ਲੜੇ ਵੀ, ਤੇ ਕਹੇ ਜੀ ਮੈਨੂੰ ਸੁਪਨੇ ਵਿੱਚ ਸੱਚਖੰਡ ਦੇ ਦਰਸ਼ਨ ਹੋ ਗਏ ਨੇ, ਜਾਂ ਵੈਸੇ ਕਹੇ ਮੈਨੂੰ ਸੱਚਖੰਡ ਦੇ ਦਰਸ਼ਨ ਹੋ ਗਏ, ਤਾਂ ਉਹਦੇ ਬੋਲੇ ਹੋਏ ਬੋਲ ਜਿਹੜੇ ਨੇ ਕੁਫਰ ਨੇ, ਝੂਠ ਨੇ। ਜੋ ਦਿਸੈ ਸੋ ਤੇਰਾ ਰੂਪ, ਗੁਣ ਨਿਧਾਨ ਗੋਵਿੰਦ ਅਨੂਪ। ਜਿਹੜੇ ਵਾਹਿਗੁਰੂ ਦੀ ਬਾਣੀ ਆ ਉਹ ਖਜ਼ਾਨਾ ਹੈ। ਨਿਧਾਨ ਦੇ ਅਰਥ ਜਿੱਥੇ ਵੀ ਆਉਂਦੇ ਨੇ, ਇਹਦੇ ਅਰਥ ਨੇ ਖਜ਼ਾਨਾ। ਵਾਹਿਗੁਰੂ ਜੀ ਤੁਹਾਡੇ ਗੁਣ ਖਜ਼ਾਨਾ ਨੇ, ਤੁਹਾਡੀ ਬਾਣੀ ਖਜ਼ਾਨਾ ਹੈ, ਤੁਹਾਡਾ ਨਾਮ ਰਤਨ ਤੋਂ ਘੱਟ ਨਹੀਂ, ਮੋਤੀਆਂ ਤੋਂ ਘੱਟ ਨਹੀਂ, ਤੁਹਾਡਾ ਰੂਪ ਬੜਾ ਸੋਹਣਾ ਹੈ ਜੀ। ਗੋਵਿੰਦ ਅਨੂਪ, ਸਿਮਰ 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 ਜਨ ਸੋਏ, ਨਾਨਕ ਕਰਮ ਪ੍ਰਾਪਤ ਹੋਏ। ਸਿਮਰ 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 ਜਨ ਸੋਏ, ਨਾਨਕ ਕਰਮ ਪ੍ਰਾਪਤ ਹੋਏ। ਐਸੇ ਵਾਹਿਗੁਰੂ ਨੂੰ ਸਿਮਰ 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 ਯਾਦ ਕਰ, ਤੇ ਤੈਨੂੰ ਵੀ ਇਹ ਆਪਣੇ ਭਰਾ ਦੇ ਵਿੱਚੋਂ ਪਰਮੇਸ਼ਰ, ਪਤਨੀ ਵਿੱਚੋਂ ਰੱਬ,
ਦੋਸਤਾਂ ਵਿੱਚੋਂ ਖੁਦਾ ਨਜ਼ਰ ਆਵੇਗਾ। ਹਜੇ ਤੈਨੂੰ ਪਤਨੀ ਪਤਨੀ ਹੀ ਲੱਗਦੀ ਆ, ਮਾਂ ਮਾਂ ਹੀ ਲੱਗਦੀ ਆ, ਪਿਤਾ ਪਿਤਾ ਹੀ ਲੱਗਦਾ। ਉਸ ਦਿਨ ਆਪਣੀ ਕੀਤੀ ਹੋਈ ਸੰਗਤ ਨੂੰ ਸਫਲ ਸਮਝ ਲੈਣਾ, ਜਿਸ ਦਿਨ ਮਾਂ ਮਾਂ ਨਹੀਂ ਤੇ ਤੁਹਾਨੂੰ ਰੱਬ ਹੀ ਨਜ਼ਰ ਆਵੇ। ਜਿਸ ਦਿਨ ਤੁਹਾਨੂੰ ਪਿਤਾ ਪਿਤਾ ਨਹੀਂ, ਖੁਦਾ ਹੀ ਨਜ਼ਰ ਆਵੇ। ਗੁਰੂ ਸਾਹਿਬ ਜੀ ਇਹ ਸਾਨੂੰ ਕਹਿ ਰਹੇ ਨੇ, ਪਰ ਇਹ ਗੱਲਾਂ ਕਰਮ ਪ੍ਰਾਪਤ ਹੋਏ, ਵੱਡੇ ਭਾਗਾਂ ਨਾਲ ਪ੍ਰਾਪਤ ਹੁੰਦੀਆਂ ਨੇ। ਮੈਂ ਇੱਕ ਪੁਸਤਕ ਪੜ੍ਹ ਰਿਹਾ ਸੀ, ਗੋਰਿਆਂ ਦੀ ਲਿਖੀ ਹੋਈ ਹੈ, ਦੀ ਸਟੋਰੀਜ਼ ਫਰੋਮ ਹੇਅਰ ਐਂਡ ਦੇਅਰ, ਦੀ ਵਨ ਸਟੋਰੀ ਕੈਨ ਚੇਂਜ ਯੂਅਰ ਲਾਈਫ। ਉਹਦੇ ਅੱਗੇ ਲਿਖਿਆ ਹੁੰਦਾ ਹੈ, ਕਈ ਵਾਰ ਆਪਾਂ ਦਾ ਜ਼ਿਕਰ ਕੀਤਾ ਕਿ ਬੱਚਿਆਂ ਨੂੰ ਖਰੀਦ ਕੇ ਪੜ੍ਹ ਲੈਣ। ਉਹਦੇ ਵਿੱਚ ਇੱਕ ਮਹਾਂਪੁਰਸ਼ਾਂ ਦੀ ਉਹ ਗਾਥਾ ਲਿਖਦੇ ਨੇ। ਇੱਕ ਮਹਾਂਪੁਰਸ਼ ਸਨ, ਉਹਨਾਂ ਦਾ ਨਾਮ ਸੀ ਰੱਬੀ। ਰੱਬੀ ਰੱਬੀ ਕਰਕੇ ਉਹਨਾਂ ਨੂੰ ਕਹਿੰਦੇ ਸਨ, ਰੱਬੀ ਸੰਤ ਜੀ। ਇੱਕ ਦਿਨ ਆਪਣੇ ਚੇਲਿਆਂ ਦੇ ਨਾਲ ਨਾ ਕੁਝ ਗੱਲਾਂ ਕਰ ਰਹੇ ਨੇ। ਕਹਿਣ ਲੱਗੇ, ਦੱਸੋ ਕਿ ਦਿਨ ਤੇ ਰਾਤ ਰੋਜ਼ ਹੀ ਹੁੰਦੀ ਆ, ਪਰ ਇਹ ਕਿਵੇਂ ਪਤਾ ਲੱਗੇ ਕਿ ਰਾਤ ਖਤਮ ਹੋ ਗਈ ਤੇ ਦਿਨ ਸ਼ੁਰੂ ਹੋ ਗਿਆ? ਆਪਦੇ ਚੇਲਿਆਂ ਨੂੰ ਸਵਾਲ ਕੀਤਾ ਉਹਨਾਂ ਨੇ, ਉਹਨਾਂ ਦੀ ਪ੍ਰੀਖਿਆ ਲੈਣ ਵਾਸਤੇ, ਇਮਤਿਹਾਨ ਲੈਣ ਵਾਸਤੇ। ਕਹਿੰਦੇ ਕਿੱਦਾਂ ਪਤਾ ਲੱਗੇਗਾ ਰਾਤ ਜਿਹੜੀ ਆ ਉਹ ਖਤਮ ਹੋ ਗਈ ਤੇ ਦਿਨ ਸ਼ੁਰੂ ਹੋ ਗਿਆ? ਪਹਿਲੇ ਚੇਲੇ ਨੇ ਉੱਤਰ ਦਿੱਤਾ, ਕਹਿੰਦੇ ਜੀ ਦੇਖੋ ਮਹਾਂਪੁਰਸ਼ੋ, ਜਦੋਂ ਕੋਈ ਹਨੇਰੇ ਵਿੱਚ ਆਉਂਦਾ ਨਜ਼ਰ ਆਉਣ ਲੱਗ ਜੇ ਆਪਾਂ ਨੂੰ, ਕੋਈ ਜਾਨਵਰ ਆ ਰਿਹਾ, ਉਹਦੀ ਸ਼ਕਲ ਸੂਰਤ ਦਿਖਣ ਲੱਗ ਜਾਵੇ, ਉਦੋਂ ਆਪਾਂ ਕਹਿ ਸਕਦੇ ਹਾਂ ਕਿ ਦਿਨ ਜਿਹੜਾ ਨਾ ਉਹ ਚੜ੍ਹ ਗਿਆ। ਦੂਜਾ ਜਿਹੜਾ ਮਰੀਦ ਸੀ ਉਹ ਕਹਿਣ ਲੱਗਾ, ਨਹੀਂ ਨਹੀਂ ਜੀ, ਜਦੋਂ ਅਖਰੋਟ ਦੇ ਜਿਹੜੇ ਦਰਖਤ ਨੇ, ਅੰਜੀਰਾਂ ਦੇ ਦਰਖਤ ਨੇ, ਜਾਂ ਕੋਈ ਵੀ ਦਰਖਤ ਆ ਫਲਾਂ ਵਾਲਾ, ਇਹਨਾਂ 'ਚ ਫਰਕ ਪਤਾ ਲੱਗੇ ਕਿ ਕਿਹੜਾ ਦਰਖਤ ਕਿਹੜਾ ਹੈ, ਕਿਹੜਾ ਦਰਖਤ ਕਿਹੜੇ ਫਲ ਵਾਲਾ, ਉਦੋਂ ਸਮਝ ਲੈਣਾ ਚਾਹੀਦਾ ਵੀ ਦਿਨ ਚੜ੍ਹ ਗਿਆ। ਤਾਂ ਰੱਬੀ ਜੀ ਕਹਿੰਦੇ ਨਹੀਂ, ਇਹ ਸੱਚ ਨਹੀਂ ਹੈ। ਕਹਿੰਦੇ ਜਦੋਂ ਅਸਲ ਵਿੱਚ ਚੀਜ਼ ਪਤਾ ਕੀ ਆ, ਜਦੋਂ ਆਪਾਂ ਕਿਸੇ ਮਰਦ ਜਾਂ ਇਸਤਰੀ ਨੂੰ ਤੱਕਦੇ ਹਾਂ, ਉਸ ਦਿਨ ਜਦੋਂ ਉਹਦੇ ਵਿੱਚੋਂ, ਇਸਤਰੀ ਵਿੱਚੋਂ ਆਪਣੀ ਭੈਣ ਨਜ਼ਰ ਆਵੇ, ਹਰ ਇੱਕ ਮਰਦ ਦੇ ਵਿੱਚੋਂ ਆਪਣਾ ਭਰਾ ਨਜ਼ਰ ਆਵੇ, ਉਸ ਦਿਨ ਭਾਵੇਂ ਦਿਨ ਹੋਵੇ ਭਾਵੇਂ ਰਾਤ, ਉਸ ਦਿਨ ਸਮਝ ਲੈਣਾ ਕਿ ਦਿਨ ਚੜ੍ਹ ਗਿਆ। ਦਿਲਾਂ ਤੇ ਪਏ ਹੋਏ ਜਿਹੜੇ ਹਨੇਰੇ ਨੇ, ਰਾਤ ਆ ਉੱਥੇ ਚਾਨਣ ਹੋ ਗਿਆ, ਉਸ ਦਿਨ ਸਮਝਣਾ। ਤੇ ਜੇ ਭਾਵੇਂ ਚਿੱਟਾ ਦਿਨ ਚੜ੍ਹਿਆ ਹੋਇਆ ਤੇ ਤੁਹਾਨੂੰ ਭਰਾ ਦੇ ਵਿੱਚੋਂ ਭਰਾ ਨਜ਼ਰ ਨਹੀਂ ਆਉਂਦਾ, ਭੈਣ ਵਿੱਚੋਂ ਭੈਣ, ਮਾਂ ਵਿੱਚੋਂ ਮਾਂ, ਪਿਤਾ ਵਿੱਚੋਂ ਪਿਤਾ, ਪਤਨੀ ਵਿੱਚੋਂ ਪਤਨੀ, ਦੋਸਤ ਵਿੱਚੋਂ ਦੋਸਤ, ਹਜੇ ਇਹ ਸਾਰੇ ਪਰਮੇਸ਼ਰ ਦਾ ਰੂਪ ਨਹੀਂ ਲੱਗ ਰਹੇ, ਤਾਂ ਉਸ ਦਿਨ ਭਾਵੇਂ ਸੂਰਜ ਤਪ ਰਿਹਾ, ਪਰ ਤੁਹਾਡੇ ਦਿਲਾਂ ਤੇ ਰਾਤ ਪਈ ਜਾਣੋ। ਰੱਬੀ ਜੀ, ਸੰਤ ਜੀ, ਇਹਨਾਂ ਨੇ ਆਪਣੇ ਚੇਲਿਆਂ ਨੂੰ ਸਮਝਾਇਆ। ਜੋ ਇੱਥੇ ਗੱਲ ਲਿਖੀ ਆ ਨਾ, ਬਿਲਕੁਲ ਹੂਬਹੂ, ਜੋ ਦਿਸੈ ਸੋ ਤੇਰਾ ਰੂਪ। ਮੈਂ ਮਾਂ ਨੂੰ ਦੇਖਦਾ, ਉਹ ਤੇਰਾ ਹੀ ਮੈਨੂੰ ਰੂਪ ਲੱਗਦੀ ਆ ਵਾਹਿਗੁਰੂ। ਹੁਣ ਮਾਂ ਨਹੀਂ, ਪਰਮਾਤਮਾ ਹੀ ਲੱਗਦੀ ਹੈ। ਪਿਤਾ ਪਿਤਾ ਨਹੀਂ, ਤੇਰਾ ਹੀ ਸਰੂਪ ਲੱਗਦਾ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਇਹ ਕਹਿਣ ਮਾਤਰ ਨਹੀਂ, ਭਗਤਾਂ ਨੇ ਇਹ ਕਰਕੇ ਦਿਖਾਇਆ। ਭਗਤਾਂ ਨੇ ਪਿੰਡੇ ਤੇ ਹੰਢਾ ਕੇ ਦਿਖਾਇਆ। ਗੁਰੂ ਸਾਹਿਬ ਜੀ ਨੇ ਜੋ ਕਿਹਾ, ਪਹਿਲਾਂ ਕੀਤਾ ਫਿਰ ਕਿਹਾ ਹੈ। ਉਹ ਬੰਦੇ ਜਿਹੜੇ ਜੋ ਕਹਿੰਦੇ ਨੇ, ਜੋ ਕੁਝ ਕਰਦੇ ਨਹੀਂ ਆਪ, ਉਹ ਆਪਣੇ ਮੂੰਹ ਦੇ ਵਿੱਚੋਂ ਮਿੱਟੀ ਕੱਢ ਕੇ, ਰੇਤਾ ਕੱਢ ਕੇ ਦੂਜਿਆਂ ਦੇ ਮੂੰਹ 'ਚ ਦੇ ਰਹੇ ਹੁੰਦੇ ਨੇ। ਕਬੀਰ ਸਾਹਿਬ ਜੀ ਕਹਿੰਦੇ ਕੁਝ ਹੋਰ ਨਹੀਂ ਕਰਦੇ। ਅਵਰੇ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ, ਰਾਸ ਬਰਾਨੀ ਰਾਖ ਤੇ ਖਾਇਆ ਕਰ ਕਾ ਖੇਤ। ਐਸੇ ਬੰਦੇ ਜਿਹੜੇ ਦੂਜਿਆਂ ਨੂੰ ਉਪਦੇਸ਼ ਦਿੰਦੇ ਨੇ, ਸਮਝਾਉਂਦੇ ਨੇ, ਪਰ ਆਪ ਨਹੀਂ ਉਹ ਕਰਦੇ, ਉਹ ਬੰਦੇ ਸਭ ਤੋਂ ਖਤਰਨਾਕ ਹੁੰਦੇ ਨੇ। ਜਿਨ ਜਪਿਆ ਤਿਸ ਕੋ ਬਲਹਾਰ, ਤਿਸ ਕੈ ਸੰਗ ਤਰੈ ਸੰਸਾਰ। ਪਰ ਜਿਨ੍ਹਾਂ ਨੇ ਵਾਹਿਗੁਰੂ ਤੈਨੂੰ ਯਾਦ ਕੀਤਾ ਹੈ, ਜਪਿਆ, ਉਹਨਾਂ ਤੋਂ ਵਾਰੇ ਵਾਰੇ ਜਾਂਦੇ ਹਾਂ,
ਉਹਨਾਂ ਤੋਂ ਸਦਕੇ ਜਾਂਦੇ ਹਾਂ। ਉਹਨਾਂ ਦੇ ਸੰਗ ਇੱਕ ਨਹੀਂ, ਦੋ ਨਹੀਂ, ਸੰਸਾਰ ਵੀ ਤਰਦਾ ਹੈ। ਕਈ ਤਰਦੇ ਨੇ, ਕਈ ਤਰਦੇ ਨੇ। ਇਸ ਕਰਕੇ ਹੇ ਵਾਹਿਗੁਰੂ, ਸਿਮਰ 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 ਜਨ ਸੋਏ, ਨਾਨਕ ਕਰਮ ਪ੍ਰਾਪਤ ਹੋਏ। ਹੇ ਇਨਸਾਨ, ਤੂੰ ਉਹਨੂੰ ਸਿਮਰ ਸਿਮਰ ਸਿਮਰ। ਕੀ ਹੋਵੇਗਾ ਇਹਦੇ ਨਾਲ? ਪਹਿਲਾਂ ਤਾਂ ਚਾਉ ਹੋਣਾ ਚਾਹੀਦਾ ਹੈ ਬੰਦੇ ਵਿੱਚ, ਸੰਗਤ ਕਰਨ ਦਾ ਇੱਕ ਚਾਉ ਜਿਹਨੂੰ ਕਹਿੰਦੇ ਆ। ਜਿਵੇਂ ਮੂਵੀ ਦੇਖਣ ਦਾ ਬੰਦੇ ਅੰਦਰ ਚਾਅ ਹੁੰਦਾ, ਬੱਚਿਆਂ ਦੇ ਅੰਦਰ ਚਾਅ ਹੁੰਦਾ ਹੈ ਗੇਮਾਂ ਖੇਡਣ ਦਾ। ਜਿਵੇਂ ਸਾਡੇ ਅੰਦਰ ਚਾਅ ਹੁੰਦਾ ਹੈ ਕਿ ਸਾਡੇ ਕੋਲ ਬਹੁਤ ਪੈਸੇ ਹੋਣ, ਸਭ ਕੁਝ ਸਾਡਾ ਠੀਕ ਹੋਵੇ। ਜਿਵੇਂ ਹਰ ਬੰਦੇ ਦੇ ਚਾਅ ਹੁੰਦੇ ਨੇ, ਬੱਚਿਆਂ ਨੂੰ ਖਿਡੌਣਿਆਂ ਦਾ ਚਾਅ ਹੁੰਦਾ। ਇਸ ਪ੍ਰਕਾਰ ਸੰਗਤ ਵਾਲਾ ਚਾਅ ਸਾਡੇ ਅੰਦਰ ਜ਼ਰੂਰ ਹੋਣਾ ਚਾਹੀਦਾ ਹੈ। ਉਹਦੇ ਨਾਲ ਫਿਰ ਕੀ ਹੋਵੇਗਾ? ਉਹਦੇ ਨਾਲ ਸਾਡੇ ਮਨਾਂ ਦੇ ਉੱਪਰ ਜਿਹੜਾ ਭਾਰ ਪਿਆ ਹੋਇਆ, ਜਿਹੜਾ ਬਹੁਤ ਜ਼ਿਆਦਾ ਮਨ ਬੋਝ ਆ, ਜਿਹੜਾ ਉਤਰੇਗਾ। ਭਾਵੇਂ ਤੁਸੀਂ ਬਹੁਤ ਦੌਲਤਮੰਦ ਹੋ। ਇੱਕ ਲੇਖਕ ਕਹਿੰਦਾ ਹੈ, ਤੁਹਾਡੇ ਘਰੇ ਬਹੁਤ ਚੀਜ਼ਾਂ ਨੇ, ਕਹਿੰਦੇ ਨੇ ਤੁਸੀਂ ਬਹੁਤ ਸਾਰੀਆਂ ਇੱਟਾਂ ਲਗਾ ਕੇ, ਕੰਧਾਂ ਖੜੀਆਂ ਕਰਕੇ ਮਕਾਨ ਬਣਾ ਸਕਦੇ ਹੋ, ਪਰ ਘਰ ਉਹ ਘਰ ਤਦ ਹੀ ਬਣੇਗਾ ਜੇ ਤੁਹਾਡਾ ਉਹਦੇ ਵਿੱਚ ਪਿਆਰ ਹੋਵੇਗਾ ਤੇ ਉਹ 'ਚ ਗੁਰਬਾਣੀ ਪੜ੍ਹੀ ਜਾਵੇਗੀ। ਤੁਸੀਂ ਬਹੁਤ ਕੀਮਤੀ ਬੈੱਡ ਖਰੀਦ ਸਕਦੇ ਹੋ, ਸੋਨੇ ਦਾ ਵੀ ਹੋ ਸਕਦਾ ਹੋ, ਪਰ ਨੀਂਦ ਨਹੀਂ ਖਰੀਦ ਸਕਦੇ। ਤੁਸੀਂ ਬਹੁਤ ਮਹਿੰਗਾ ਪਦਾਰਥ ਖਾਣ ਵਾਸਤੇ ਭੋਜਨ ਖਰੀਦ ਸਕਦੇ ਹੋ, ਪਰ ਸਿਹਤ ਨਹੀਂ ਖਰੀਦ ਸਕਦੇ। ਉਹ ਪੈਸਿਆਂ ਨਾਲ ਨਹੀਂ ਮਿਲੇਗੀ, ਕਮਾਉਣੀ ਪਵੇਗੀ। ਇਸ ਕਰਕੇ ਕੁਝ ਚੀਜ਼ਾਂ ਨੇ ਜਿਨ੍ਹਾਂ ਨੂੰ ਬੰਦੇ ਨੂੰ ਸਮਾਂ ਦੇਣਾ ਹੀ ਪੈਂਦਾ, ਕੱਢਣਾ ਹੀ ਪੈਂਦਾ, ਤੇ ਬਾਅਦ ਵਿੱਚ ਤੁਹਾਨੂੰ ਪਤਾ ਲੱਗੇਗਾ ਇਹ ਸਮਾਂ ਜਿਹੜਾ ਸੀ ਮੈਂ ਆਪਣੇ ਆਪ ਲਈ ਜਦੋਂ ਕੱਢਿਆ, ਮੈਂ ਅਸਲ ਦੇ ਵਿੱਚ ਉਦੋਂ ਸਭ ਤੋਂ ਅਮੀਰ ਬਣ ਗਿਆ। ਪੈਸਿਆਂ ਨਾਲ ਤਾਂ ਮੇਰੀਆਂ ਲੋੜਾਂ ਪੂਰੀਆਂ ਹੋਈਆਂ। ਅਮੀਰ ਮੈਂ ਉਦੋਂ ਬਣਿਆ ਜਦੋਂ ਮੈਂ ਆਪਣੇ ਆਪ ਨੂੰ ਸਮਾਂ ਦੇਣਾ ਸ਼ੁਰੂ ਕੀਤਾ। ਕਈ ਬੰਦੇ ਐਸੇ ਨੇ, ਉਹ ਇੰਨੀ ਦੌੜ ਭੱਜ ਕਰਦੇ ਨੇ। ਭਗਤ ਰਵਿਦਾਸ ਜੀ ਦਾ ਇੱਕ ਬਚਨ ਵਾਰ-ਵਾਰ ਯਾਦ ਆ ਜਾਂਦਾ ਹੈ, ਮਾਟੀ ਕੋ ਪੁੱਤਰਾ, ਹੇ ਮਿੱਟੀ ਦੇ ਪੁਤਲਿਆ, ਕੈਸੇ ਨਚਤ ਹੈ, ਤੂੰ ਕਿਵੇਂ ਨੱਚੀ ਜਾਨਾ, ਕਿੰਨਾ ਤੂੰ ਭੱਜਦਾ, ਕਿੰਨਾ ਤੂੰ ਦੌੜਦਾ, ਦੇਖੈ ਦੇਖੈ ਇੱਕ ਦੂਜੇ ਨੂੰ ਦੇਖ ਦੇਖ ਕੇ, ਸੁਣੇ ਬੋਲੇ ਦੌੜਿਓ ਫਿਰਤ ਹੈ, ਇੱਕ ਦੂਜੇ ਨੂੰ ਦੇਖ ਦੇਖ ਕੇ ਉਹ ਵੀ ਦੌੜ ਰਿਹਾ। ਰੈਟ ਰੇਸ ਜਿਹੜੀ ਆ, ਤੂੰ ਆਪਣੇ ਲਈ ਸਮਾਂ ਕਦੋਂ ਕੱਢੇਗਾ? ਆਪਣੇ ਲਈ ਸਮਾਂ ਕਦੋਂ ਕੱਢੇਗਾ? ਆਪਣੇ ਆਪ ਲਈ ਜੇ ਤੁਹਾਡੇ ਕੋਲ ਸਮਾਂ ਨਹੀਂ ਹੈ ਤਾਂ ਤੁਸੀਂ ਦੁਨੀਆ ਦੇ ਸਭ ਤੋਂ ਗਰੀਬ ਇਨਸਾਨ ਹੋ, ਗਰੀਬ ਤੋਂ ਵੀ ਹੇਠਾਂ। ਜੇ ਤੁਹਾਡੇ ਕੋਲ ਭਾਵੇਂ ਦੌਲਤ ਨਹੀਂ, ਬਹੁਤ ਜ਼ਿਆਦਾ ਤੁਸੀਂ ਅਮੀਰ ਵੀ ਨਹੀਂ ਹੈਗੇ, ਪਰ ਤੁਸੀਂ ਆਪਣੇ ਆਪ ਨਾਲ ਬਹਿੰਦੇ ਹੋ ਰੋਜ਼ ਅੱਧਾ ਘੰਟਾ 15 ਮਿੰਟ, ਆਪਣੇ ਮਨ ਨੂੰ ਦਿੰਦੇ ਹੋ ਵੀ ਕੀ ਚੀਜ਼ ਆ ਇਹ, ਤਾਂ ਤੁਸੀਂ ਦੁਨੀਆ ਦੇ ਸਭ ਤੋਂ ਅਮੀਰ ਇਨਸਾਨ ਹੋ ਅਕੋਰਡਿੰਗ ਟੂ ਗੁਰਬਾਣੀ, ਗੁਰਬਾਣੀ ਦੇ ਅਨੁਸਾਰ। ਇੱਕ ਗਾਥਾ ਯਾਦ ਆਉਂਦੀ ਹੈ ਮੈਨੂੰ, ਬਹੁਤ ਸੁੰਦਰ ਆ। ਦੇਖੋ ਤੁਸੀਂ, ਮੈਂ, ਅਸੀਂ ਸਭ ਹੀ ਭੁੱਲਣਹਾਰ ਹਾਂ। ਭਾਈ ਬਿਧੀ ਚੰਦ ਜੀ ਦਾ ਨਾਮ ਕਿਹਨੇ ਨਹੀਂ ਸੁਣਿਆ ਹੋਵੇਗਾ? ਸਿੱਖ ਹੋ ਕੇ ਸਭ ਨੇ ਸੁਣਿਆ ਹੈ। ਭਾਈ ਬਿਧੀ ਚੰਦ ਜੀ ਦਾ ਨਾਮ ਜਦੋਂ ਆਪਾਂ ਸੂਰਮਿਆਂ ਦਾ ਨਾਮ ਲੈਣਾ ਹੋਵੇ, ਚੜ੍ਹਦੀ ਕਲਾ ਵਾਲੇ, ਉਹਨਾਂ 'ਚ ਆਵੇਗਾ। ਜਿਵੇਂ ਇੱਕ ਲਿਸਟ ਬਣੇਗੀ ਸੂਰਮਿਆਂ ਦੀ, ਹਰੀ ਸਿੰਘ ਨਲੂਆ ਜੀ, ਤਾਂ ਉਹਦਾ ਵੀ ਉਹ ਲਿਸਟ ਦੇ ਵਿੱਚ ਨਾਮ ਆਵੇਗਾ ਹੀ ਆਵੇਗਾ, ਬਿਧੀ ਚੰਦ ਜੀ ਦਾ। ਪਰ ਬੰਦੇ ਦਾ ਜਿਹੜਾ ਜੀਵਨ ਹੁੰਦਾ ਨਾ, ਉਹ ਗੁਰੂ ਨੂੰ ਮਿਲ ਕੇ ਹੀ ਬਣਦਾ। ਸਾਹ ਤਾਂ ਚੋਰਾਂ ਨੂੰ ਵੀ ਆਉਂਦੇ ਨੇ, ਸਾਹ ਤਾਂ ਭਾਈ ਬਿਧੀ ਚੰਦ ਨੂੰ ਵੀ ਆਉਂਦੇ ਸੀ ਜਦੋਂ ਪਹਿਲਾਂ ਚੋਰ ਹੁੰਦੇ ਸੀ। ਇਹਨਾਂ ਦੀ ਇੱਕ ਜੀਵਨ ਦੀ ਘਟਨਾ ਹੈ। ਗੁਰੂ ਮਹਾਰਾਜ ਨੇ ਕੋਲ ਬਿਠਾਇਆ, 6ਵੇਂ ਪਾਤਸ਼ਾਹ ਜੀ ਨੇ, ਕਹਿੰਦੇ ਤੁਹਾਡੇ ਮਾਤਾ ਜੀ, ਗੁਰੂ ਕੇ ਮਹਿਲ ਮਾਤਾ ਨਾਨਕੀ ਜੀ,
ਕਹਿੰਦੇ ਅਸੀਂ ਤੁਹਾਨੂੰ ਸੁਣਨਾ ਚਾਹੁੰਦੇ ਹਾਂ ਵੀ ਤੁਹਾਡਾ ਜੀਵਨ ਕਿੱਦਾਂ ਬਦਲਿਆ ਬਿਧੀ ਚੰਦ ਜੀ। ਪੁੱਤਰ ਜੀ ਜੀਵਨ ਕਿਵੇਂ ਬਦਲਿਆ ਤੁਹਾਡਾ, ਦੱਸੋ ਸਾਨੂੰ। ਕਹਿੰਦੇ ਮਾਤਾ ਜੀ ਮੈਂ ਇੱਕ ਚੋਰ ਹੁੰਦਾ ਸੀ ਪਹਿਲਾਂ। ਮੈਂ ਇੱਕ ਪਿੰਡ ਦੇ ਵਿੱਚ ਗਿਆ, ਹਨੇਰਾ ਜਿਹੜਾ ਹੁੰਦਾ ਚੋਰਾਂ ਨੂੰ ਚੰਗਾ ਲੱਗਦਾ ਤੇ ਮੈਂ ਮੱਝਾਂ ਚੋਰੀ ਕਰ ਲਈਆਂ। ਕਿਸੇ ਦੇ ਪਿੰਡ ਵਿੱਚ ਜਾ ਕੇ ਭਾਈ ਬਿਧੀ ਚੰਦ ਜੀ ਜਦੋਂ ਗੁਰੂ ਵਾਲੇ ਨਹੀਂ ਸੀ ਹੋਏ, ਉਦੋਂ ਬੰਦਾ ਬੜਾ ਕੁਝ ਕਰਦਾ। ਜਦੋਂ ਗੁਰੂ ਵਾਲਾ ਬਣ ਜਾਂਦਾ ਫਿਰ ਜੋ ਕਰਦਾ ਉਹ ਸਹੀ ਹੁੰਦਾ। ਗੁਰੂ ਤੋਂ ਬਿਨਾਂ ਜੋ ਵੀ ਕਰਦਾ, ਪੁੰਨ ਵੀ ਕਰਦਾ ਗੁਰੂ ਤੋਂ ਬਿਨਾਂ, ਉਹ ਵੀ ਪਾਪ ਹੀ ਹੋਵੇਗਾ। ਐਸੀ ਗੱਲ ਹੈ। ਤਾਂ ਕਹਿੰਦੇ ਮੈਂ ਉਹਨਾਂ ਦੀਆਂ ਮੱਝਾਂ ਨਾ ਪਿੰਡ ਵਾਲਿਆਂ ਦੀਆਂ ਚੋਰੀ ਕਰ ਲਈਆਂ ਤੇ ਮੈਂ ਹੌਲੀ ਹੌਲੀ ਆ ਰਿਹਾ ਸੀ ਤੇ ਖੜਕਾ ਇੱਕਦਮ ਹੋਇਆ ਤੇ ਪਿੰਡ ਦੇ ਲੋਕ ਜਾਣ ਗਏ ਤੇ ਡਾਂਗਾਂ ਲੈ ਕੇ ਮੇਰੇ ਪਿੱਛੇ ਦੌੜੇ ਨੇ ਮੈਨੂੰ ਫੜਨ ਵਾਸਤੇ, ਮੈਨੂੰ ਮਾਰਨ ਵਾਸਤੇ। ਅੱਗੇ ਮੈਂ ਆ ਰਿਹਾ ਸੀ। ਜਦੋਂ ਮੈਂ ਆ ਰਿਹਾ ਸੀ ਨਾ ਤੇ ਉੱਥੇ ਮੈਨੂੰ ਇੱਕ ਰੱਬ ਦੇ ਪਿਆਰੇ ਬੈਠੇ ਨਜ਼ਰ ਆਏ। ਭਾਈ ਅਦਲੀ ਜੀ ਉਹਨਾਂ ਦਾ ਨਾਮ ਸੀ, ਅਦਲੀ ਜੀ। ਕਹਿੰਦੇ ਮੈਂ ਉਹਨਾਂ ਨੂੰ ਕਿਹਾ ਭਾਈ ਸਾਹਿਬ ਜੀ, ਸੰਤ ਜੀ ਅੱਜ ਬਚਾ ਲਓ, ਮੁੜ ਕੇ ਨਹੀਂ ਕਰਦਾ ਮੈਂ ਗਲਤੀ, ਮੈਨੂੰ ਅੱਜ ਬਚਾ ਲਓ, ਅੱਗੇ ਤੋਂ ਮੈਂ ਕਦੇ ਭੁੱਲ ਕੇ ਵੀ ਇਹ ਗਲਤੀ ਨਹੀਂ ਕਰਾਂਗਾ। ਜਿਨ ਜਪਿਆ ਤਿਸ ਕਉ ਬਲਿਹਾਰ। ਤੁਸੀਂ ਰੱਬ ਦੇ ਪਿਆਰੇ ਹੋ, ਗੁਰੂ ਦੇ ਸਿੱਖ ਹੋ, ਗੁਰੂ ਅਰਜਨ ਦੇਵ ਜੀ ਦੇ ਸਿੱਖ ਹੋ, ਤੁਸੀਂ ਮੈਨੂੰ ਬਚਾ ਲਓ ਜੀ। ਭਾਈ ਅਦਲੀ ਜੀ ਕਹਿੰਦੇ ਇਉਂ ਕਰ, ਤੂੰ ਇੱਥੇ ਲੁਕ ਜਾ, ਜਦੋਂ ਆਉਣਗੇ ਤੇ ਮੈਂ ਆਪੇ ਉਹਨਾਂ ਦੀ ਸਾਰ ਲਵਾਂਗਾ। ਕਹਿੰਦੇ ਮੈਂ ਉਹ ਚੋਰੀ ਕੀਤੀਆਂ ਮੱਝਾਂ ਨਾ ਉਹ ਇੱਕ ਛੱਪੜ ਦੇ ਵਿੱਚ ਠੇਲ ਦਿੱਤੀਆਂ, ਉਹਨਾਂ ਨੂੰ ਉਧਰ ਨੂੰ ਕਰ ਦਿੱਤਾ ਤੇ ਆਪ ਮੈਂ ਲੁਕ ਗਿਆ। ਤੇ ਉਦੋਂ ਮੈਨੂੰ ਭਾਈ ਅਦਲੀ ਜੀ ਕਹਿੰਦੇ ਤੂੰ ਅਰਦਾਸ ਕਰ, ਸਤਿਗੁਰ ਆਗੇ ਅਰਦਾਸ ਕਰ, ਸਾਜਨ ਦੇ ਮਿਲਾਏ। ਗੁਰੂ ਅੱਗੇ ਤੂੰ ਅਰਦਾਸ ਕਰ ਵੀ ਅੱਗੇ ਤੋਂ ਤੌਬਾ ਕਰਾਂਗਾ, ਚੋਰੀ ਨਹੀਂ ਕਰਾਂਗਾ ਕਦੇ, ਇਸ ਵਾਰ ਗੁਰੂ ਤੂੰ ਮੈਨੂੰ ਰੱਖ ਲਾ। ਅਰਦਾਸ ਕਰ, ਆਪਣੇ ਦਿਲੋਂ ਕਰ। ਸਿੱਖਿਆ ਦੇ ਦਿੱਤੀ, ਸਿਖਾ ਦਿੱਤਾ ਵੀ ਅਰਦਾਸ ਤੋਂ ਵੱਡੀ ਕੋਈ ਚੀਜ਼ ਨਹੀਂ ਹੁੰਦੀ। ਕੋਈ ਤੁਹਾਡਾ ਕਾਰਜ ਵਿਗੜ ਗਿਆ, ਕਾਰਜ ਨਹੀਂ ਸਬਰ ਰਿਹਾ, ਅਰਦਾਸ ਤੋਂ ਉੱਪਰ ਕੁਝ ਵੀ ਨਹੀਂ ਦੁਨੀਆ 'ਚ। ਗੁਰਬਾਣੀ ਤੋਂ, ਜਪਜੀ ਸਾਹਿਬ ਤੋਂ ਉੱਪਰ ਕੁਝ ਵੀ ਨਹੀਂ, ਅਰਦਾਸ ਤੋਂ ਉੱਪਰ ਕੁਝ ਵੀ ਨਹੀਂ। ਤਾਂ ਅਰਦਾਸ ਕੀਤੀ, ਸ਼ਾਂਤੀ ਦੇ ਪੁੰਜ ਗੁਰੂ ਅਰਜਨ ਦੇਵ ਜੀ ਮੈਨੂੰ ਬਚਾ ਲਓ, ਅੱਗੇ ਤੋਂ ਤੌਬਾ, ਮੈਂ ਚੋਰੀ ਨਹੀਂ ਕਰਦਾ ਕਦੇ, ਇਸ ਵਾਰ ਬਚਾ ਲਓ। ਉਹ ਪਿੰਡ ਦੇ ਲੋਕ ਆਏ, ਪੈੜ ਚਿੰਨ੍ਹ ਉਹਨਾਂ ਨੇ ਦੇਖੇ ਕਿ ਅੱਗੇ ਤਾਂ ਮੱਝਾਂ ਦੇ ਜਿਹੜੇ ਪੈਰ ਨੇ, ਪੈੜ ਚਿੰਨ੍ਹ ਨੇ, ਉਹ ਮਿਲ ਨਹੀਂ ਰਹੇ, ਫੁੱਟਪ੍ਰਿੰਟ ਮਿਲ ਨਹੀਂ ਰਹੇ। ਉੱਥੇ ਭਾਈ ਅਦਲੀ ਜੀ ਬੈਠੇ ਸੀ, ਕਹਿੰਦੇ ਜੀ ਇੱਥੇ ਅਸੀਂ ਕਿਸੇ ਨੂੰ ਲੱਭ ਰਹੇ ਹਾਂ, ਇੱਕ ਚੋਰ ਨੂੰ ਸਾਡੇ ਪਿੰਡ ਦੀਆਂ ਮੱਝਾਂ ਚੋਰੀ ਕਰਕੇ ਲੈ ਕੇ ਆਇਆ, ਤੁਸਾਂ ਦੇਖਿਆ ਹੈ? ਭਾਈ ਅਦਲੀ ਜੀ ਕਹਿੰਦੇ ਇੱਥੇ ਤਾਂ ਬਸ ਆਹੀ ਮੱਝਾਂ ਨੇ ਜਿਹੜੀਆਂ ਛੱਪੜ ਦੇ ਵਿੱਚ ਨੇ, ਤੁਸੀਂ ਦੇਖੋ ਕਿਤੇ ਇਹ ਤੁਹਾਡੀਆਂ ਤਾਂ ਨਹੀਂ, ਹੋਰ ਮੈਂ ਦੇਖੀਆਂ ਨਹੀਂ ਇੱਥੇ। ਉਹ ਜਦੋਂ ਆਏ ਨਾ, ਮੱਝਾਂ ਤਾਂ ਸੀ ਉਹ ਕਾਲੇ ਰੰਗ ਦੀਆਂ ਹੀ, ਪਰ ਉਹਨਾਂ ਦੀ ਅਕਲ ਉੱਦਾਂ ਦੀ ਗੁਰੂ ਮਹਾਰਾਜ ਨੇ ਕਰ ਦਿੱਤੀ। ਉਹ ਪਿੰਡ ਦੇ ਲੋਕਾਂ ਨੂੰ ਲੱਗਾ ਇਹ ਬੂਰੀਆਂ ਮੱਝਾਂ ਨੇ। ਉਹ ਕਹਿੰਦੇ ਨਹੀਂ, ਸਾਡੀਆਂ ਮੱਝਾਂ ਤਾਂ ਕਾਲੀਆਂ ਸੀ, ਇਹ ਉਹ ਨਹੀਂ ਹੈਗੀਆਂ। ਤਾਂ ਉਹ ਕਹਿੰਦੇ ਫੇਰ ਇਹ ਤੁਹਾਡੀਆਂ ਮੱਝਾਂ ਨਹੀਂ, ਤਾਂ ਇੱਥੇ ਹੋਰ ਇਸ ਤੋਂ ਇਲਾਵਾ ਕੋਈ ਵੀ ਪਸ਼ੂ ਜਾਨਵਰ ਨਹੀਂ, ਤੇ ਤੁਸੀਂ ਹੋਰ ਕਿਤੇ ਜਾ ਕੇ ਖੋਜੋ। ਤਾਂ ਪਿੰਡ ਦੇ ਲੋਕ ਉੱਤੋਂ ਜਿਹੜੇ ਫੜਨ ਆਏ ਸੀ ਚਲੇ ਜਾਂਦੇ ਨੇ। ਫਿਰ ਬਾਹਰ ਆਉਂਦੇ ਨੇ ਭਾਈ ਬਿਧੀ ਚੰਦ ਜੀ, ਭਾਈ ਅਦਲੀ ਜੀ ਨੂੰ ਕਹਿੰਦੇ ਨੇ ਕਿ ਤੁਸੀਂ ਮੇਰੇ ਤੇ ਕਿਰਪਾ ਕੀਤੀ ਹੈ। ਕਹਿੰਦੇ ਨਹੀਂ, ਮੈਂ ਨਹੀਂ, ਗੁਰੂ ਜੀ ਨੇ ਕੀਤੀ ਆ। ਕਹਿੰਦੇ ਫਿਰ ਮੈਨੂੰ ਗੁਰੂ ਕੋਲੇ ਲੈ ਕੇ ਚੱਲੋ। ਭਾਈ ਬਿਧੀ ਚੰਦ ਜੀ ਫਿਰ ਗੁਰੂ ਅਰਜਨ ਦੇਵ ਜੀ ਕੋਲ ਆਉਂਦੇ ਨੇ। ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਸ ਵਾਰ ਤੇਰੀ ਇਹ ਗਲਤੀ ਮਾਫ ਆ। ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀ ਆ ਚੰਗਾ ਕਿਉਂ ਹੋਏ। ਚੋਰੀ ਕਰਨੀ ਚੰਗੀ ਗੱਲ ਨਹੀਂ ਬਿਧੀ ਚੰਦ। ਸਤਿਗੁਰ ਦੇ ਚਰਨਾਂ ਤੇ ਢਹਿ ਕੇ ਆਖਿਆ ਮਹਾਰਾਜ ਤੌਬਾ ਹੈ, ਅੱਗੇ ਤੋਂ ਮੈਂ ਕਦੇ ਨਹੀਂ ਕਰਾਂਗਾ। ਤਾਂ ਆਖਿਆ ਸੀ ਅੱਜ ਤੋਂ ਤੂੰ ਸਾਡਾ ਸਿੱਖ ਹੋਇਆ, ਜੋ ਵੀ ਕਰੇਗਾ ਹੁਣ ਪਰਉਪਕਾਰ ਲਈ ਕਰੇਗਾ। ਸਤਨਾਮ ਦਾ ਸਿਮਰਨ ਦਿੱਤਾ, ਹੁਕਮਨਾਮਾ ਹੈ ਸਿਮਰ 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 ਜਨ ਸੋਏ, ਨਾਨਕ ਕਰਮ ਪ੍ਰਾਪਤ ਹੋਏ। ਕਹਿੰਦੇ ਤੁਸੀਂ ਮੇਰੀ ਲਾਜ ਰੱਖੀ, ਜੇ ਉਹ ਮੱਝਾਂ ਨੂੰ ਪਛਾਣ ਲੈਂਦੇ ਨਾ
ਤੇ ਮੈਨੂੰ ਫੜ ਲੈਣਾ ਸੀ ਉਹਨਾਂ ਨੇ। ਹੋ ਸਕਦਾ ਮੈਨੂੰ ਗੁੱਸੇ 'ਚ ਆ ਕੇ ਮਾਰ ਵੀ ਦਿੰਦੇ, ਕੋਤਵਾਲੀ 'ਚ ਭੇਜ ਦਿੰਦੇ, ਸਜ਼ਾ ਹੋ ਜਾਂਦੀ। ਗੁਰੂ ਹੁਣ ਜ਼ਿੰਦਗੀ ਤੁਹਾਡੇ ਲੇਖੇ ਆ। ਇੱਦਾਂ ਭਾਈ ਇੱਕ ਚੋਰ ਸਨ ਭਾਈ ਬਿਧੀ ਚੰਦ ਜੀ ਗੁਰਸਿੱਖ ਪਿਆਰਿਓ, ਤੇ ਉਹਨਾਂ ਦਾ ਜੀਵਨ ਬਦਲਿਆ ਜਦੋਂ ਇੱਕ ਸਿੱਖ ਨੂੰ ਮਿਲਦੇ ਨੇ, ਭਾਈ ਅਦਲੀ ਜੀ ਨੂੰ। ਸਿੱਖ ਕਿਹਦੇ ਨਾਲ ਮਿਲਾਉਂਦਾ? ਸਿੱਖ ਕਦੇ ਵੀ ਆਪਣੇ ਨਾਲ ਨਹੀਂ ਜੋੜੇਗਾ, ਗੁਰੂ ਨਾਲ ਜੋੜੇਗਾ। ਗੁਰੂ ਜੀ ਕਿਸ ਨਾਲ ਜੋੜਨਗੇ? ਗੁਰੂ ਜੀ ਵਾਹਿਗੁਰੂ ਨਾਲ ਜੋੜਨਗੇ, ਰੱਬ ਨਾਲ ਜੋੜਨਗੇ। ਸੱਚਾ ਸਿੱਖ ਜਿਹੜਾ ਹੋਵੇਗਾ, ਗੁਰਮੁਖ ਹੋਵੇਗਾ, ਤੁਹਾਨੂੰ ਗੁਰੂ ਗ੍ਰੰਥ ਜੀ ਨਾਲ ਜੋੜੇਗਾ। ਸੱਚਾ ਜਿਹੜਾ ਸੰਤ ਹੋਵੇਗਾ ਉਹ ਵੀ ਤੁਹਾਨੂੰ ਗੁਰਬਾਣੀ ਨਾਲ ਜੋੜੇਗਾ। ਜਿਹੜਾ ਬੇਮੁਖ ਹੋਵੇਗਾ ਉਹ ਆਪਣੇ ਆਪ ਨਾਲ ਜੋੜੇਗਾ, ਉਹ ਕਹੇਗਾ ਮੈਂ ਬੜਾ ਕੁਝ ਹਾਂ। ਸਹੀ ਸਾਧੂ ਜਿਹੜਾ ਹੋਵੇਗਾ ਉਹ ਕਹੇਗਾ ਗੁਰੂ ਅੱਗੇ ਅਰਦਾਸ ਕਰ, ਸਤਿਗੁਰੇ ਅੱਗੇ ਅਰਦਾਸ ਕਰ, ਤੂੰ ਕਾਹੇ ਡੋਲੇ ਪ੍ਰਾਣੀਆਂ, ਤੂੰ ਡੋਲ ਨਾ, ਤੁਧ ਰਾਖੇਗਾ ਸਿਰਜਣਹਾਰ। ਉਹ ਤੈਨੂੰ ਰੱਖੂਗਾ, ਸਮਾਂ ਲੱਗ ਜੂਗਾ। ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ। ਕਹੋ ਨਾਨਕ ਪ੍ਰਭ ਲੋਚਾਂ ਪੂਰ, ਸੰਤ ਜਨਾਂ ਕੀ ਬਾਛੋ ਧੂਰ। ਅਖੀਰਲੀ ਪੰਕਤੀ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਨੇ, ਮੈਂ ਸਾਧੂ ਸੰਤਾਂ ਦੀ, ਗੁਰਸਿੱਖਾਂ ਦੇ ਚਰਨਾਂ ਦੀ ਧੂੜੀ ਮੰਗਦਾ। ਧੂੜੀ ਦੇ ਅਰਥ ਪਤਾ ਕੀ ਨੇ? ਉਹਨਾਂ ਦੀ ਸੰਗਤ ਮੰਗਦਾ। ਉਹਨਾਂ ਕੋਲ ਮੈਂ ਬੈਠਾ, ਉਹਨਾਂ ਨੂੰ ਸੁਣਾ, ਉਹਨਾਂ ਗੱਲਾਂ ਨੂੰ ਫਿਰ ਮੈਂ ਐਨਾਲਾਈਜ਼ ਕਰਾਂ, ਵਿਸ਼ਲੇਸ਼ਣ ਕਰਾਂ, ਸਮਝਾਂ, ਫਿਰ ਉਹਨਾਂ ਨੂੰ ਇੰਪਲੀਮੈਂਟ ਕਰਦਾ, ਲਾਗੂ ਕਰਦਾ ਆਪਦੀ ਜ਼ਿੰਦਗੀ 'ਚ। ਇਹ ਮੈਨੂੰ ਗੁਰੂ ਜੀ ਦੇ ਦਿਓ। ਕਹੋ ਨਾਨਕ ਪ੍ਰਭ ਲੋਚਾਂ ਪੂਰ, ਸੰਤ ਜਨਾਂ ਕੀ ਬਾਛੋ ਧੂਰ। ਜਿਵੇਂ ਭਾਈ ਬਿਧੀ ਚੰਦ ਜੀ ਇੱਕ ਚੋਰ ਤੋਂ, ਚੋਰ ਸਨ, ਪਹਿਲਾਂ ਸਾਹ ਤਾਂ ਉਹਨਾਂ ਨੂੰ ਵੀ ਆਉਂਦੇ ਸੀ, ਚੋਰ ਸਨ, ਪਰ ਜੀਵਨ ਨਹੀਂ ਸੀ। ਜੀਵਨ ਕਦੋਂ ਮਿਲਿਆ? ਜਦੋਂ ਗੁਰਮੁਖ ਭਾਏ ਰਾਮ, ਗੁਰੂ ਨੂੰ ਮਿਲ ਕੇ ਗੁਰੂ ਅਰਜਨ ਦੇਵ ਜੀ ਨੂੰ ਜੀਵਨ ਮਿਲਿਆ। ਇਸ ਕਰਕੇ ਅਸੀਂ ਵੀ ਬੇਨਤੀਆਂ ਕਰਿਆ ਕਰੀਏ, ਗੁਰੂ ਮਹਾਰਾਜ ਸਾਹ ਤਾਂ ਚੱਲਦੇ ਨੇ, ਜ਼ਿੰਦਗੀ ਤਾਂ ਮਿਲੀ ਆ, ਪਰ ਜੀਵਨ ਕੋਈ ਨਹੀਂ ਸਾਡੇ ਕੋਲੇ। ਜੀਵਨ ਸਾਨੂੰ ਬਖਸ਼ੋ। ਜੀਵਨ ਦੇ ਨਾਲ ਹੀ ਜ਼ਿੰਦਗੀ ਨੂੰ ਸੁਚੱਜਾ ਬਣਾਇਆ ਜਾ ਸਕਦਾ, ਸਚਿਆਰ ਬਣਿਆ ਜਾ ਸਕਦਾ ਹੈ। ਇਹ ਕਿਰਪਾ ਕਰੋ। ਜੀਵਨ ਕਿਵੇਂ ਬਣੇਗਾ? ਸਿਮਰ 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 ਜਨ ਸੋਏ, ਨਾਨਕ ਕਰਮ ਪ੍ਰਾਪਤ ਹੋਏ। ਸਿਮਰ ਸਿਮਰ ਕੇ ਚੇਤੇ ਕਰਕੇ ਵਾਹਿਗੁਰੂ ਨੂੰ, ਇਹ ਜ਼ਿੰਦਗੀ ਤੋਂ ਜੀਵਨ ਮਿਲਦਾ ਹੈ। ਸੋ ਆਓ ਆਪਾਂ ਵੀ ਜ਼ਿੰਦਗੀ ਤੋਂ ਚੱਲੀਏ ਜੀਵਨ ਦੇ ਵੱਲ ਤੇ ਵਾਹਿਗੁਰੂ ਨੂੰ ਚੇਤੇ ਕਰੀਏ। ਅੱਜ ਦੇ ਦੀਵਾਨ ਵਿੱਚ ਇਤਨਾ ਹੀ, ਇਤਨੀਆਂ ਬੇਨਤੀਆਂ ਪ੍ਰਵਾਨ ਕਰੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਕੀਤੀ ਵਿਚਾਰ ਹਿਰਦਿਆਂ 'ਚ ਵਸੇ। ਪਿਆਰ ਸਤਿਕਾਰ ਨਾਲ ਵਾਹਿਗੁਰੂ ਨੂੰ ਯਾਦ ਕਰਕੇ ਮਾਲਕ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਵਿੱਚ ਜੁੜੀਏ ਜੀ। ਵਾਹਿਗੁਰੂ 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 ਵਾਹਿਗੁਰੂ
ਦੇਹੋ ਸੱਜਣੇ ਅਸੀਸੜੀਆਂ, ਜੋ ਹੋਵੇ ਸਾਹਿਬ ਸੋ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਰ